ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਸੇ ਪ੍ਰਾਪਤ ਰਤਨ ਹੋਏ, ਜਿਸ ਮਸਤਕ ਹੋਵੈ ਭਾਗ। ਤਿਸੇ ਪ੍ਰਾਪਤ ਭਾਈ ਹੋ, ਜਿਸ ਦੇਵੈ ਪ੍ਰਭ ਆਪ। ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਬਿਨਸੇ ਹਉਮੈ ਤਾਪ। ਨਾਨਕ ਕੋ ਗੁਰ ਭੇਟਿਆ, ਬਿਨਸੇ ਸਗਲ ਸੰਤਾਪ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨੀਂਬਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਦਾ ਖਾਸ ਰੂਪ ਸਾਧ ਸੰਗਤ ਜੀਓ। ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਪ੍ਰਮਾਣ ਹੈ, ਤਿਸੇ ਪ੍ਰਾਪਤ ਰਤਨ ਹੋਏ, ਜਿਸ ਮਸਤਕ ਹੋਵੈ ਭਾਗ। ਤਿਸੇ ਪ੍ਰਾਪਤ ਭਾਈਓ, ਜਿਸ ਦੇਵੈ ਪ੍ਰਭ ਆਪ। ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਬਿਨਸੈ ਹਉਮੈ ਤਾਪ। ਨਾਨਕ ਕੋ ਗੁਰ ਭੇਟਿਆ, ਬਿਨਸੇ ਸਗਲ ਸੰਤਾਪ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਇਹ ਵਚਨ ਸ੍ਰੀ ਰਾਗ ਦੇ ਵਿੱਚ ਦਰਜ ਨੇ। ਪਾਤਸ਼ਾਹ ਕਹਿੰਦੀ, ਤਿਸੀ ਪ੍ਰਾਪਤ ਰਤਨ ਹੋਏ, ਜਿਸ ਮਸਤਕ ਹੋਵੈ ਭਾਗ। ਜਿਸ ਮਨੁੱਖ ਦੇ ਮੱਥੇ ਉੱਤੇ ਪੂਰਬਲਾ ਭਾਗ ਜਾਗਦਾ ਹੈ, ਉਹ ਗੁਰੂ ਦੀ ਸ਼ਰਨ ਪੈਂਦਾ ਹੈ ਤੇ ਉਸਨੂੰ ਪਰਮਾਤਮਾ ਦਾ ਨਾਮ ਰਤਨ ਮਿਲ ਪੈਂਦਾ ਹੈ। ਤਿਸੈ ਪ੍ਰਾਪਤ ਰਤਨ ਹੋਈ, ਜਿਸ ਮਸਤਕ ਹੋਵੈ ਭਾਗ। ਤਿਸੇ ਪ੍ਰਾਪਤ ਭਾਈਓ, ਜਿਸ ਦੇਵੈ ਪ੍ਰਭ ਆਪ। ਪਾਤਸ਼ਾਹ ਕਹਿੰਦੇ, ਹੇ ਭਰਾਵੋ, ਪਰਮਾਤਮਾ ਦਾ ਨਾਮ ਉਸੇ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ ਗੁਰੂ ਦੀ ਰਾਹੀਂ ਪਰਮੇਸ਼ਰ ਆਪ ਦਿੰਦਾ ਹੈ। ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਬਿਨਸੈ ਹਉਮੈ ਤਾਪ। ਗੁਰੂ ਦੀ ਸੇਵਾ ਵੀ ਉਹੀ ਮਨੁੱਖ ਕਰਦਾ ਹੈ ਜਿਸ ਦੇ ਅੰਦਰੋਂ ਹਉਮੈ ਦਾ ਤਾਪ ਨਾਸ ਹੋ ਜਾਂਦਾ ਹੈ, ਜਿਹਦੇ ਅੰਦਰੋਂ ਮੈਂ ਮੇਰੀ ਖਤਮ ਹੋ ਜਾਂਦੀ ਹੈ। ਨਾਨਕ ਕੋ ਗੁਰ ਭੇਟਿਆ, ਬਿਨਸੈ ਸਗਲ ਸੰਤਾਪ। ਹੇ ਨਾਨਕ, ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ, ਉਸ ਦੇ ਸਾਰੇ ਦੁੱਖ ਕਲੇਸ਼ ਦੂਰ ਹੋ ਜਾਂਦੇ ਨੇ। ਉਹ ਸੌਖੇ ਜੀਵਨ ਵਾਲਾ ਬਣ ਜਾਂਦਾ ਹੈ, ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ। ਤੇ ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਨੂੰ ਆਪ ਕਰਾਏ। ਜਿਸ ਪਾਸੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਸੇਵਾ ਕਰਾਏ, ਉਹੀ ਸਤਿਗੁਰੂ ਦੀ ਰਸੀ ਕਾਰ ਕਰ ਸਕਦਾ ਹੈ। ਸਤਿਗੁਰ ਵਿੱਚ ਨਾਮ ਨਿਧਾਨ ਹੈ, ਕਰਮ ਪ੍ਰਾਪਤ ਹੋਏ। ਸਤਿਗੁਰੂ ਦੇ ਪਾਸ ਨਾਮ ਦਾ ਖਜ਼ਾਨਾ ਹੈ, ਜੋ ਪਰਮੇਸ਼ਰ ਦੀ ਮਿਹਰ ਦੇ ਨਾਲ ਪ੍ਰਾਪਤ ਹੁੰਦਾ ਹੈ। ਸੱਚ ਰਤੇ ਗੁਰ ਸ਼ਬਦ ਸਿਓ, ਤਨ ਸੱਚੀ ਸਦਾ ਲਿਵ ਹੋਏ। ਨਾਨਕ ਜਿਸ ਨੂੰ ਮਿਲੇ, ਸੋ ਨਾ ਵਿਸੁੜੈ, ਸਹਿਜ ਸਮਾਵੈ ਸੋਈ। ਪਾਤਸ਼ਾਹ ਕਹਿੰਦੇ, ਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੁਆਰਾ ਸੱਚੇ ਨਾਮ ਦੇ ਵਿੱਚ ਰੰਗੇ ਹੋਏ ਨੇ, ਉਹਨਾਂ ਦੀ ਬਿਰਤੀ ਸਦਾ ਇੱਕ ਤਾਰ ਰਹਿੰਦੀ ਹੈ। ਨਾਨਕ ਜਿਸ ਨੂੰ ਮਿਲੈ ਨਾ ਵਿਸੁੜੈ, ਸਹਿਜ ਸਮਾਵੈ ਸੋਈ। ਹੇ ਨਾਨਕ, ਜਿਸ ਨੂੰ ਇੱਕ ਵਾਰੀ ਉਹ ਮੇਲ ਲੈਂਦਾ ਹੈ ਨਾ,
ਉਹ ਕਦੇ ਵਿਛੜਦਾ ਨਹੀਂ, ਉਹ ਡੋਲ ਅਵਸਥਾ ਦੇ ਵਿੱਚ ਰਹਿੰਦਾ ਹੈ ਤੇ ਅਡੋਲ ਅਵਸਥਾ ਦੇ ਵਿੱਚ ਉਹ ਮਨੁੱਖ ਟਿਕਿਆ ਰਹਿੰਦਾ ਹੈ। ਤੇ ਅੱਜ ਆਪਾਂ ਸਾਧ ਸੰਗਤ ਜੀ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ, ਜਿਹੜੇ ਗੁਰੂ ਦੀ ਸੇਵਾ ਕਰਦੇ ਨੇ, ਜਿਹੜੇ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰ ਦਿੰਦੇ ਨੇ, ਉਹਨਾਂ ਨੂੰ ਕੀ ਕੁਝ ਪ੍ਰਾਪਤ ਹੁੰਦਾ ਹੈ। ਅੱਜ ਆਪਾਂ ਉਸ ਮਹਾਨ ਸ਼ਖਸੀਅਤ ਦੇ ਜੀਵਨ ਬਾਰੇ ਵਿਚਾਰ ਕਰਾਂਗੇ ਜੋ ਸੇਵਾ ਦੇ ਪੁੰਜ, ਜਿਨ੍ਹਾਂ ਨੇ ਸਤਿਗੁਰੂ ਦੇ ਲੰਗਰਾਂ ਦੀ ਸੇਵਾ ਕੀਤੀ, ਗੁਰੂ ਘਰ ਦੀ ਸੇਵਾ ਕੀਤੀ, ਤੇ ਉਹਨਾਂ ਨੂੰ ਕੀ ਕੁਝ ਪ੍ਰਾਪਤ ਹੋਇਆ। ਉਹਨਾਂ ਦੇ ਵਿੱਚੋਂ ਇੱਕ ਨੇ ਭਾਈ ਮੰਝ ਜੀ। ਸਾਧ ਸੰਗਤ ਜੀ, ਪ੍ਰੇਮ ਦਾ ਮਾਰਗ ਬਾਲ ਨਾਲੋਂ ਵੀ ਬਰੀਕ ਤੇ ਤਲਵਾਰ ਨਾਲੋਂ ਵੀ ਤਿੱਖਾ ਹੈ। ਫਿਰ ਵੀ ਇਸ ਦਾ ਖੁਮਾਰ ਤੇ ਸਰੂਰ ਆਸਕਾਂ ਨੂੰ ਇਸ ਦੇ ਉੱਤੇ ਤੋਰੀ ਰੱਖਦਾ ਹੈ, ਪ੍ਰੇਮੀਆਂ ਨੂੰ ਤੋਰੀ ਰੱਖਦਾ ਹੈ। ਰੱਬੀ ਪ੍ਰੀਤ ਅਤੇ ਸੇਵਾ ਦੀ ਅਨੋਖੀ ਮਿਸਾਲ ਕਾਇਮ ਕਰਨ ਵਾਲੇ ਭਾਈ ਤੀਰਥਾ ਜੀ, ਉਹਨਾਂ ਦੀ ਕਹਾਣੀ ਵੀ ਸਾਧ ਸੰਗਤ ਜੀ ਦਿਲ ਨੂੰ ਹਿਲਾ ਦੇਣ ਵਾਲੀ ਹੈ। ਮੰਝ ਕੀ ਪਿੰਡ ਦਾ ਚੌਧਰੀ ਹੋਣ ਕਰਕੇ ਇਹਨਾਂ ਨੂੰ ਮੰਝ ਨਾਂ ਦੇ ਨਾਲ ਵੀ ਬੁਲਾਇਆ ਜਾਂਦਾ ਸੀ। ਸਾਧ ਸੰਗਤ ਜੀ, ਜ਼ਿਲ੍ਹਾ ਹੁਸ਼ਿਆਰਪੁਰ ਦੇ ਵਸਨੀਕ ਭਾਈ ਮੰਝ ਅਪਾਰ ਧਨ ਦੌਲਤ ਦੇ ਮਾਲਕ ਸਨ ਉਹਨਾਂ ਸਮਿਆਂ ਦੇ ਵਿੱਚ। ਸਾਧ ਸੰਗਤ ਜੀ, ਹਰ ਸਾਲ ਇਹ ਇੱਕ ਵੱਡਾ ਜਥਾ ਲੈ ਕੇ ਨਿਗਾਹੇ ਸਰਬਰ ਪੀਰ ਦੀ ਜ਼ਿਆਰਤ ਲਈ ਜਾਂਦੇ ਹੁੰਦੇ ਸੀ। ਸਾਧ ਸੰਗਤ ਜੀ, ਘਰ ਦੇ ਵਿੱਚ ਪੀਰ ਦੀ ਕਬਰ ਵੀ ਬਣਾਈ ਹੋਈ ਸੀ, ਪਰ ਸਾਧ ਸੰਗਤ ਜੀ ਦਿਲ ਖਾਲੀ ਤੇ ਸੁੰਨਾ ਸੀ। ਇੱਕ ਵਾਰ ਨਾ ਸਾਧ ਸੰਗਤ ਜੀ ਇਹ ਨਿਗਾਹੇ ਤੋਂ ਵਾਪਸ ਆਪਣੇ ਪਿੰਡ ਪਰਤ ਰਹੇ ਸਨ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚਲੇ ਗਏ। ਗੁਰੂ ਸਾਹਿਬ ਜੀ ਦੇ ਨੂਰਾਨੀ ਦੀਦਾਰ, ਬਚਨਾਂ ਕੀਰਤਨ ਦੀ ਸਹਿਬਰ ਨੇ ਉਹਨਾਂ ਨੂੰ ਉਹ ਰੰਗ ਲਾਏ ਕਿ ਆਪ ਗੁਰੂ ਚਰਨਾਂ ਤੇ ਡਿੱਗ ਕੇ ਸਤਿਗੁਰਾਂ ਦੇ ਪਾਸੋਂ ਸਿੱਖੀ ਦੀ ਦਾਤ ਮੰਗਣ ਲੱਗ ਪਏ। ਪਾਤਸ਼ਾਹ ਨੇ ਕਿਹਾ, ਭਾਈ ਸਿੱਖੀ ਦਾ ਮਾਰਗ ਬੜਾ ਔਖਾ ਹੈ, ਸਿੱਖੀ ਦਾ ਮਾਰਗ ਸੌਖਾ ਨਹੀਂ, ਇਹ ਤਲਵਾਰਾਂ ਤੇ ਤੁਰਨ ਦੇ ਬਰਾਬਰ ਹੈ। ਤੇ ਨਾਲੇ ਭਾਈ ਕਿਸੇ ਇੱਕ ਦਾ ਹੋ ਕੇ ਅਤ ਨਿਮਰਤਾ ਦੇ ਵਿੱਚ ਆਪਾਂ ਭਾਵ ਮਿਟਾ ਕੇ ਰਹਿਣਾ ਪੈਂਦਾ। ਭਾਈ ਮੰਝ ਜੀ ਸਾਧ ਸੰਗਤ ਜੀ ਰਮਜ ਸਮਝ ਗਏ, ਉਸ ਵੇਲੇ ਰਮਜ ਸਮਝ ਕੇ ਆਪਣੇ ਘਰ ਵਾਪਸ ਆ ਗਏ। ਤੇ ਘਰ ਆ ਕੇ ਸਾਧ ਸੰਗਤ ਜੀ ਭਾਈ ਮੰਝ ਜੀ ਨੇ ਜੋ ਘਰ ਦੇ ਵਿੱਚ ਪੀਰ ਦੀ ਕਬਰ ਬਣਾਈ ਹੋਈ ਸੀ ਨਾ, ਉਹ ਪੀਰ ਦੀ ਕਬਰ ਨੂੰ ਢਾਹ ਦਿੱਤਾ। ਸਾਧ ਸੰਗਤ ਜੀ ਪਿੰਡ ਵਾਸੀਆਂ ਨੇ ਬੜਾ ਦੁੱਖ ਮਨਾਇਆ ਇਸ ਗੱਲ ਦਾ। ਪਿੰਡ ਵਾਸੀਆਂ ਨੇ ਉਹਨਾਂ ਨੂੰ ਸੇਕ ਦਿੱਤਾ ਤੇ ਭਾਈ ਜਿਹਦੇ ਮਾਲ ਡੰਗਰ ਮਰਨ ਲੱਗੇ ਸਾਧ ਸੰਗਤ ਜੀ, ਤੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਪਿੰਡ ਛੱਡ ਜਾਣ ਵਾਸਤੇ ਵੀ ਕਹਿ ਦਿੱਤਾ ਵੀ ਪਿੰਡ ਛੱਡ ਕੇ ਚਲੇ ਜਾਓ। ਤੇ ਭਾਈ ਜੀ ਸਾਧ ਸੰਗਤ ਜੀ ਉਸ ਵੇਲੇ ਡੋਲੇ ਨਹੀਂ, ਅਡੋਲ ਅਵਸਥਾ ਦੇ ਵਿੱਚ ਰਹਿ ਕੇ ਸਗੋਂ ਚੁੱਪਚਾਪ ਕਿਸੇ ਡੂੰਘੇ ਇਸ਼ਕ ਦੀ ਮਸਤੀ ਦੇ ਵਿੱਚੋਂ ਗੁਜ਼ਰਦੇ ਹੋਏ ਪਿੰਡ ਤੋਂ ਬਾਹਰ ਚਲੇ ਗਏ। ਸਾਧ ਸੰਗਤ ਜੀ ਜਦੋਂ ਪਿੰਡ ਤੋਂ ਬਾਹਰ ਚਲੇ ਗਏ ਨਾ, ਤੇ ਉਹਨਾਂ ਦਾ ਘਰ-ਬਾਰ ਵਿਕ ਗਿਆ, ਚੌਧਰ ਜਾਂਦੀ ਰਹੀ ਸਾਧ ਸੰਗਤ ਜੀ, ਤੇ ਆਰਥਿਕ ਸੰਕਟ ਵੀ ਆ ਗਿਆ।
ਪਰ ਫਿਰ ਵੀ ਡੋਲੇ ਨਹੀਂ। ਪਰਿਵਾਰ ਸਮੇਤ ਝੌਂਪੜੀ ਬਣਾ ਕੇ ਰਹਿਣ ਲੱਗੇ, ਘਾਹ ਖੋਤ ਕੇ ਗੁਜ਼ਾਰਾ ਕਰਨ ਲੱਗੇ। ਉਸ ਦੇ ਵਿੱਚੋਂ ਵੀ ਗੁਰੂ ਘਰ ਦਾ ਦਸਬੰਧ ਕੱਢ ਕੇ ਰੁੱਖੀ ਮਿੱਸੀ ਸਕਦੇ ਸਨ ਸਾਧ ਸੰਗਤ ਜੀ। ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਸੁਨੇਹਾ ਦੇ ਕੇ ਬੁਲਾਉਣਾ ਕੀਤਾ ਸਾਧ ਸੰਗਤ ਜੀ ਆਪਣੇ ਪਾਸ। ਤੇ ਬੜੀ ਖੁਸ਼ੀ ਖੁਸ਼ੀ ਭਾਈ ਜੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ। ਪਹੁੰਚ ਕੇ ਆਪ ਜੀ ਨੇ ਜਾ ਕੇ ਲੰਗਰ ਦੀ ਸੇਵਾ ਸੰਭਾਲ ਲਈ ਸਾਧ ਸੰਗਤ ਜੀ। ਜਦੋਂ ਲੰਗਰ ਦੀ ਸੇਵਾ ਸੰਭਾਲ ਲਈ ਤੇ ਦਿਨ ਰਾਤ ਸੇਵਾ ਕਰਨ ਲੱਗੇ। ਪਿੱਛੋਂ ਇਹਨਾਂ ਦੀ ਪਤਨੀ ਤੇ ਬੇਟੀ ਨੂੰ ਵੀ ਮਿਹਨਤ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਸਾਧ ਸੰਗਤ ਜੀ। ਇਹਨਾਂ ਦੀ ਕਠਿਨ ਪ੍ਰੀਖਿਆ ਹੋਈ, ਬੜੀ ਕਰੜੀ ਪ੍ਰੀਖਿਆ ਹੋਈ। ਤੇ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਸਾਧ ਸੰਗਤ ਜੀ ਲੰਗਰ ਵਿੱਚੋਂ ਪ੍ਰਸਾਦਾ ਛਕਣ ਤੋਂ ਵਰਜ ਦਿੱਤਾ ਵੀ ਆਪ ਜੀ ਨੇ ਲੰਗਰ ਦੇ ਵਿੱਚੋਂ ਪ੍ਰਸਾਦਾ ਨਹੀਂ ਛਕਣਾ। ਤੇ ਭਾਈ ਮੰਝ ਜੀ ਨੇ ਕੋਈ ਰੋਸ਼ ਨਹੀਂ ਕੀਤਾ ਸਾਧ ਸੰਗਤ ਜੀ। ਸਭ ਕੁਝ ਗਵਾ ਕੇ ਵੀ ਅਡੋਲ ਅਵਸਥਾ ਵਿੱਚ ਰਹੇ ਅਤੇ ਪ੍ਰੇਮ ਦੇ ਨਾਲ ਸੇਵਾ ਵਿੱਚ ਜੁਟੇ ਰਹੇ। ਉਹ ਪਹਿਲਾਂ ਘੋੜਿਆਂ ਦੇ ਲਈ ਘਾਹ ਖੋਤ ਕੇ ਲਿਆਉਂਦੇ ਸਾਧ ਸੰਗਤ ਜੀ। ਫਿਰ ਇੱਕ ਹੋਰ ਪੰਡ ਘਾਹ ਦੀ ਤੇ ਲੱਕੜਾਂ ਵੱਢ ਕੇ ਉਸ ਨੂੰ ਵੇਚ ਕੇ ਜੋ ਵੀ ਕੁਝ ਮਿਲਦਾ ਨਾ ਸਾਧ ਸੰਗਤ ਜੀ, ਥੋੜੇ ਜਿਹੇ ਦੇ ਨਾਲ ਗੁਜ਼ਾਰਾ ਕਰਦੇ ਤੇ ਬਾਕੀ ਗੁਰੂ ਘਰ ਦੀ ਸੇਵਾ ਦੇ ਵਿੱਚ ਉਹ ਬਚਿਆ ਹੋਇਆ ਧਨ ਭੇਟ ਕਰ ਦਿੰਦੇ ਸਾਧ ਸੰਗਤ ਜੀ। ਉਹ ਬਹੁਤ ਕਮਜ਼ੋਰ ਹੋ ਗਏ। ਇੱਕ ਦਿਨ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਨੇ ਭਾਈ ਜੀ ਨੂੰ ਸੱਦ ਕੇ ਕਿਹਾ ਕਿ ਗੁਰਸਿੱਖਾ, ਅਸੀਂ ਤੁਹਾਨੂੰ ਲੰਗਰ ਤੇ ਛਕਣ ਤੋਂ ਤਾਂ ਵਰਜਿਆ ਸੀ ਤਾਂ ਜੋ ਤੁਹਾਡਾ ਮਨ ਹੋਰ ਸਾਫ਼ ਹੋਵੇ ਅਤੇ ਤੁਸੀਂ ਨਿਸਕਾਮ ਸੇਵਾ ਕਰੋ। ਤੁਸੀਂ ਆਪਣਾ ਸਭ ਕੁਝ ਗਵਾ ਲਿਆ ਹੈ। ਨਾ ਸਰੀਕੇ ਵਿੱਚ ਇੱਜ਼ਤ ਰਹੀ, ਨਾ ਘਰ ਘਾਟ ਰਿਹਾ, ਨਾ ਮਾਲ ਡੰਗਰ ਬਚਿਆ। ਤੇ ਗੁਰਸਿੱਖਾ, ਹੁਣ ਤੁਸੀਂ ਆਪਣੇ ਪਿੰਡ ਚਲੇ ਜਾਓ। ਗੁਰੂ ਪਾਤਸ਼ਾਹ ਕਹਿਣ ਲੱਗੇ, ਆਰਾਮ ਦੇ ਨਾਲ ਰਹੋ ਆਪਣੇ ਪਿੰਡ। ਤੇ ਸਾਧ ਸੰਗਤ ਜੀ ਭਾਈ ਮੰਝ ਜੀ ਨੇ ਨਾ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਜੀ, ਜਿਹੜੀ ਨਾਮ ਬਾਣੀ ਅਤੇ ਸੇਵਾ ਸਿਮਰਨ ਦੀ ਦਾਤ ਮੈਨੂੰ ਆਪ ਜੀ ਨੇ ਬਖਸ਼ੀ ਹੈ ਨਾ, ਉਹ ਅਮਰ ਅਤੇ ਸਦਾ ਸਾਥ ਦੇਣ ਵਾਲੀ ਹੈ। ਸਤਿਗੁਰੂ ਜੀ, ਮੈਨੂੰ ਦੁਨਿਆਵੀ ਰਿਸ਼ਤਿਆਂ ਦੀ, ਪਦਵੀਆਂ ਦੀ, ਦੌਲਤਾਂ ਦੀ, ਇੱਜ਼ਤਾਂ ਦੀ ਕੋਈ ਮੋਹ ਨਹੀਂ ਰਿਹਾ। ਹੁਣ ਮੈਨੂੰ ਆਪਣੇ ਚਰਨਾਂ ਵਿੱਚ ਹੀ ਰੱਖੋ ਬਸ। ਮਹਾਰਾਜ ਜੀ ਦੀ ਸੰਗਤ ਤੇ ਪੰਗਤ ਵਿੱਚ ਸਾਧ ਸੰਗਤ ਜੀ ਰੋਜ਼ ਵਾਧਾ ਹੁੰਦਾ ਜਾਂਦਾ ਸੀ। ਭਾਈ ਮੰਝ ਜੀ ਦੀ ਸੇਵਾ ਕਾਲ ਕਮਾਈ ਵੀ ਵਧਦੀ ਜਾ ਰਹੀ ਸੀ। ਤੇ ਸਾਧ ਸੰਗਤ ਜੀ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਈ ਗੇੜੇ ਲੱਕੜਾਂ ਦੇ ਢੋਣ ਤੇ ਲਾਉਣ ਤੇ ਲੱਗੇ ਰਹਿੰਦੇ। ਉਹਨਾਂ ਦਾ ਤਨ ਸਾਧ ਸੰਗਤ ਜੀ ਲਿੱਸਾ ਹੁੰਦਾ ਜਾਂਦਾ ਸੀ, ਪਰ ਜਿਹੜਾ ਆਤਮਿਕ ਬਲ ਤੇ ਤੇਜ ਵੱਧਦਾ ਜਾਂਦਾ ਸੀ ਸਾਧ ਸੰਗਤ ਜੀ ਉਹਨਾਂ ਦਿਨਾਂ ਦੇ ਵਿੱਚ। ਤੇ ਸਾਧ ਸੰਗਤ ਜੀ ਕੀ ਹੋਇਆ, ਇੱਕ ਦਿਨ ਭਾਈ ਮੰਝ ਜੀ ਨੇ ਭਾਰੀ ਪੰਡ ਬੰਨ ਲਈ ਲੱਕੜਾਂ ਦੀ, ਲੰਗਰ ਵੱਲ ਲਿਜਾਣ ਲਈ ਤੁਰ ਪਏ ਸਾਧ ਸੰਗਤ ਜੀ। ਉਧਰੋਂ ਹਨੇਰਾ ਵੀ ਹੋ ਗਿਆ। ਹਨੇਰਾ ਤੇ ਝੱਖੜ ਇਕੱਠੇ ਹੀ ਆ ਗਏ ਸਾਧ ਸੰਗਤ ਜੀ ਉਸ ਸਮੇਂ। ਅੱਖਾਂ ਦੇ ਵਿੱਚ ਭਾਈ ਮੰਝ ਜੀ ਦੇ ਧੂੜ ਰੇਤਾ ਪੈਣ ਕਾਰਨ ਅਤੇ ਹਨੇਰਾ ਹੋਣ ਦੇ ਕਾਰਨ ਭਾਈ ਸਾਹਿਬ ਜੀ ਇੱਕ ਬਿਨਾ ਮੌਣ ਦੇ ਖੂਹ ਦੇ ਵਿੱਚ ਡਿੱਗ ਪਏ ਸਾਧ ਸੰਗਤ ਜੀ।
ਸੁਲਤਾਨ ਪਿੰਡ ਦੇ ਖੂਹ ਦੇ ਵਿੱਚ ਡਿੱਗ ਕੇ ਵੀ ਉਹਨਾਂ ਨੇ ਲੱਕੜਾਂ ਦੀ ਪੰਡ ਸੰਭਾਲੀ ਰੱਖੀ ਤੇ ਗੁਰੂ ਕੇ ਲੰਗਰ ਦੀਆਂ ਲੱਕੜਾਂ ਗਿੱਲੀਆਂ ਨਾ ਹੋਣ ਦਿੱਤੀਆਂ। ਸਾਧ ਸੰਗਤ ਜੀ, ਉਹ ਪਾਣੀ ਦੇ ਵਿੱਚ ਖੜੋਤੇ ਹੋਏ ਬਾਣੀ ਪੜ੍ਹਦੇ ਰਹੇ ਤੇ ਗੁਰੂ ਸਾਹਿਬ ਜੀ ਨੂੰ ਯਾਦ ਕਰਕੇ ਗੁਰੂ ਸਾਹਿਬ ਜੀ ਤੋਂ ਮਾਫੀ ਮੰਗਦੇ ਰਹੇ ਕਿ ਸਤਿਗੁਰੂ ਜੀ, ਅੱਜ ਆਪ ਜੀ ਦੀ ਮਾਫੀ ਮੰਗਦੇ ਆ ਕਿ ਅੱਜ ਮੈਂ ਸਮੇਂ ਸਿਰ ਲੰਗਰ ਲਈ ਲੱਕੜਾਂ ਲੈ ਕੇ ਨਹੀਂ ਪਹੁੰਚ ਸਕਿਆ। ਜਦੋਂ ਅਰਦਾਸ ਬੇਨਤੀ ਕੀਤੀ ਨਾ, ਸਤਿਗੁਰਾਂ ਨੂੰ ਯਾਦ ਕੀਤਾ। ਸਾਧ ਸੰਗਤ ਜੀ, ਭਾਈ ਮੰਝ ਜੀ ਨੇ ਖੂਹ ਦੇ ਵਿੱਚ ਖੜੇ ਨੇ, ਸਿਰ ਤੇ ਲੱਕੜਾਂ ਰੱਖੀਆਂ ਹੋਈਆਂ ਨੇ। ਉਧਰ ਪੰਜਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਨੂੰ ਆਪਣੇ ਪਿਆਰੇ ਦੇ ਪਿਆਰ ਦੀ ਐਸੀ ਖਿੱਚ ਪਈ ਕਿ ਆਪ ਜੀ ਦੀਵਾਨ ਦੇ ਵਿੱਚੋਂ ਨੰਗੇ ਪੈਰੀ ਦੌੜ ਪਏ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਉਸ ਖੂਹ ਦੇ ਵੱਲ ਦੌੜ ਗਏ ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਉਸ ਖੂਹ ਤੇ ਪਹੁੰਚੇ ਜਿਸ ਖੂਹ ਦੇ ਵਿੱਚ ਭਾਈ ਮੰਝ ਜੀ ਡਿੱਗੇ ਹੋਏ ਨੇ। ਸਤਿਗੁਰਾਂ ਨੇ ਆਪ ਰੱਸਾ ਲਟਕਾ ਕੇ ਭਾਈ ਮੰਝ ਜੀ ਨੂੰ ਬਾਹਰ ਆਉਣ ਲਈ ਕਿਹਾ ਕਿ ਭਾਈ ਮੰਝ ਜੀ, ਆ ਰੱਸੇ ਦੀ ਸਹਾਇਤਾ ਦੇ ਨਾਲ ਖੂਹ ਦੇ ਵਿੱਚੋਂ ਬਾਹਰ ਆਓ। ਜਦੋਂ ਸਤਿਗੁਰਾਂ ਨੇ ਬਾਹਰ ਆਉਣ ਲਈ ਕਿਹਾ ਨਾ, ਤਾਂ ਸਤਸੰਗੀ ਭਾਈ ਮੰਝ ਜੀ ਬੋਲੇ ਕਿ ਪਹਿਲਾਂ ਲੱਕੜਾਂ ਬਾਹਰ ਕੱਢ ਲਓ, ਕਿਤੇ ਗੁਰੂ ਕੇ ਲੰਗਰ ਦੀਆਂ ਲੱਕੜਾਂ ਨਾ ਭੇਜਣਾ, ਮੈਨੂੰ ਬਾਅਦ ਵਿੱਚ ਕੱਢੋ। ਗੁਰੂ ਸਾਹਿਬ ਜੀ ਅਤੇ ਸਿੱਖਾਂ ਦੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਲੱਕੜਾਂ ਬਾਹਰ ਕੱਢੀਆਂ। ਸਾਧ ਸੰਗਤ ਜੀ, ਜਦੋਂ ਲੱਕੜਾਂ ਬਾਹਰ ਕੱਢੀਆਂ, ਸਿੱਖਾਂ ਨੇ ਲੱਕੜਾਂ ਦੀ ਪੰਡ ਬਾਹਰ ਕੱਢੀ ਤੇ ਫਿਰ ਭਾਈ ਮੰਝ ਜੀ ਨੂੰ ਖੂਹ ਦੇ ਵਿੱਚੋਂ ਬਾਹਰ ਕੱਢਿਆ। ਸਾਧ ਸੰਗਤ ਜੀ, ਭਾਈ ਮੰਝ ਜੀ ਨੇ ਗੁਰੂ ਜੀ ਦੇ ਪਿਆਰ ਨੂੰ ਦੇਖਿਆ ਤਾਂ ਸਾਧ ਸੰਗਤ ਜੀ, ਉਹਨਾਂ ਦੀਆਂ ਭੁੱਬਾਂ ਨਿਕਲ ਗਈਆਂ। ਇਤਨਾ ਪਿਆਰ ਸਤਿਗੁਰਾਂ ਦਾ ਆਪਣੇ ਸੇਵਕ ਦੇ ਨਾਲ। ਪਾਤਸ਼ਾਹ ਜੀ ਨੇ, ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਮੰਝ ਜੀ ਨੂੰ ਆਪਣੇ ਸੀਨੇ ਨਾਲ ਲਗਾਇਆ ਤੇ ਉਸ ਵੇਲੇ ਫਿਰ ਬਚਨ ਫਰਮਾਨ ਕੀਤੇ ਕਿ ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਤਾ, ਜਗ ਲੰਘਣ ਹਾਰਾ। ਭਾਈ ਮੰਝ ਜੀ ਦੀ ਸੇਵਾ, ਸਿਦਕਾ ਸਿਮਰਨ ਤੇ ਪ੍ਰੇਮ ਦੀ ਕਰੜੀ ਪ੍ਰੀਖਿਆ ਦੇ ਵਿੱਚੋਂ ਪਾਸ ਹੋਏ ਭਾਈ ਮੰਝ ਜੀ। ਸਾਧ ਸੰਗਤ ਜੀ, ਮਹਾਰਾਜ ਜੀ ਨੇ ਭਾਈ ਮੰਝ ਜੀ ਨੂੰ ਦੁਆਬੇ ਦਾ ਪ੍ਰਚਾਰਕ ਥਾਪਿਆ ਤੇ ਲੰਗਰ ਚਲਾਉਣ ਲਈ ਕਿਹਾ। ਪਾਤਸ਼ਾਹ ਜੀ ਨੇ ਆਪ ਵੀ ਭਾਈ ਮੰਝ ਜੀ ਦੇ ਘਰ ਦੇ ਚਰਨ ਪਾ ਕੇ ਉਹਨਾਂ ਦੇ ਘਰ ਨੂੰ ਨਿਵਾਜਿਆ। ਸਾਧ ਸੰਗਤ ਜੀ, ਤੇ 1594 ਈਸਵੀ ਨੂੰ ਆਪ ਜੀ ਨੇ ਭਾਈ ਜੀ ਦੇ ਚਲਾਏ ਲੰਗਰ ਦੇ ਵਿੱਚੋਂ ਪ੍ਰਸਾਦਾ ਵੀ ਛਕਿਆ। ਸਾਧ ਸੰਗਤ ਜੀ, ਭਾਈ ਮੰਝ ਜੀ ਦੀ ਸਾਰੀ ਉਮਰ ਗੁਰੂ ਪ੍ਰੇਮ, ਉਤਸ਼ਾਹ, ਚਾਉ, ਉਮੰਗ ਤੇ ਸੇਵਾ ਸਿਮਰਨ ਵਿੱਚ ਬਿਤਾਈ। ਭਾਈ ਮੰਝ ਜੀ ਨੇ ਜਿਹੜੇ ਗੁਰੂ ਘਰ ਦੀ ਸੇਵਾ ਕਰਦੇ ਨੇ ਨਾ, ਸਾਧ ਸੰਗਤ ਜੀ, ਉਹਨਾਂ ਨੂੰ ਐਡੀਆਂ ਵੱਡੀਆਂ ਬਖਸ਼ਿਸ਼ਾਂ ਪ੍ਰਾਪਤ ਹੋ ਜਾਂਦੀਆਂ ਨੇ। ਉਹਨਾਂ ਨੂੰ ਇਹ ਸਭ ਕੁਝ ਪ੍ਰਾਪਤ ਹੁੰਦਾ ਹੈ ਜਿਹੜੇ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰ ਦਿੰਦੇ ਨੇ। ਸਾਧ ਸੰਗਤ ਜੀ, ਤੇ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ। ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਬਚਨ ਨੇ। ਪਾਤਸ਼ਾਹ ਕਹਿੰਦੇ, ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਜੇ ਕੋਈ ਮਨੁੱਖ ਚਿੱਤ ਲਗਾ ਕੇ ਸੇਵਾ ਕਰੇ ਤਾਂ ਸਤਿਗੁਰੂ ਦੀ ਦਿਸਾ ਸੇਵਾ ਜ਼ਰੂਰ ਫਲ ਦਿੰਦੀ ਹੈ। ਸਾਧ ਸੰਗਤ ਜੀ, ਜਿਵੇਂ ਭਾਈ ਮੰਝ ਜੀ ਨੇ ਸੇਵਾ ਕੀਤੀ ਗੁਰੂ ਕੇ ਲੰਗਰਾਂ ਦੇ ਵਿੱਚ, ਤੇ ਭਾਈ ਮੰਝ ਜੀ ਨੇ ਕਿੱਡੀ ਵੱਡੀ ਪਦਵੀ ਪ੍ਰਾਪਤ ਕੀਤੀ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਜੇ ਕੋਈ ਮਨੁੱਖ ਚਿੱਤ ਲਗਾ ਕੇ
ਸੇਵਾ ਕਰੇ ਤਾਂ ਸਤਿਗੁਰੂ ਦੀ ਦੱਸੀ ਸੇਵਾ ਜ਼ਰੂਰ ਫਲ ਦਿੰਦੀ ਹੈ। ਸਾਧ ਸੰਗਤ ਜੀ, ਮਨ ਇਸਿਆ ਫਲ ਮਿਲਦਾ ਹੈ। ਅਹੰਕਾਰ ਮਨ ਦੇ ਵਿੱਚੋਂ ਦੂਰ ਹੁੰਦਾ ਹੈ। ਬੰਧਨ ਤੋੜੈ ਮੁਕਤ ਹੋਏ, ਸੱਚੇ ਰਹਿ ਸਮਾਏ। ਇਸ ਜਗ ਮੈਂ ਨਾਮ ਅਲੰਭ ਹੈ, ਗੁਰਮੁਖ ਵਸੈ ਮਨ ਆਏ। ਗੁਰੂ ਦੀ ਦੱਸੀ ਕਾਰ ਮਾਇਆ ਦੇ ਬੰਧਨਾਂ ਨੂੰ ਤੋੜਦੀ ਹੈ। ਸਾਧ ਸੰਗਤ ਜੀ, ਬੰਧਨ ਤੋੜੈ ਮੁਕਤ ਹੋਏ, ਸੱਚੇ ਰਹਿ ਸਮਾਏ। ਗੁਰੂ ਦੀ ਦੱਸੀ ਕਾਰ ਮਾਇਆ ਦੇ ਬੰਧਨਾਂ ਨੂੰ ਤੋੜਦੀ ਹੈ, ਬੰਧਨਾਂ ਤੋਂ ਖਲਾਸੀ ਹੋ ਜਾਂਦੀ ਹੈ ਤੇ ਸੱਚੇ ਹਰੀ ਦੇ ਵਿੱਚ ਮਨੁੱਖ ਸਮਾਇਆ ਹੀ ਰਹਿੰਦਾ। ਸਾਧ ਸੰਗਤ ਜੀ, ਇਸ ਜਗ ਮੈਂ ਨਾਮ ਅਲੰਭ ਹੈ, ਗੁਰਮੁਖ ਵਸੈ ਮਨ ਆਏ। ਇਸ ਸੰਸਾਰ ਦੇ ਵਿੱਚ ਹਰੀ ਦਾ ਨਾਮ ਦੁਰਲੱਭ ਵਸਤੂ ਹੈ। ਸਤਿਗੁਰੂ ਦੇ ਸਨਮੁਖ ਮਨੁੱਖ ਦੇ ਮਨ ਵਿੱਚ ਆ ਕੇ ਵਸਦਾ ਹੈ। ਨਾਨਕ ਜੋ ਗੁਰ ਸੇਵੈ ਆਪਣਾ, ਹਉ ਤਿਨ ਬਲਿਹਾਰੈ ਜਾਓ। ਸਤਿਗੁਰੂ ਕਹਿੰਦੇ, ਹੇ ਨਾਨਕ, ਮੈਂ ਸਦਕੇ ਹਾਂ ਉਹਨਾਂ ਤੋਂ ਜੋ ਆਪਣੇ ਸਤਿਗੁਰੂ ਦੱਸੀ ਹੋਈ ਕਾਰ ਕਰਦੇ ਨੇ ਤੇ ਆਪਣੇ ਮਨ, ਆਪਣੇ ਜੀਵਨ ਨੂੰ ਜਿਹੜੇ ਸੋਹਣਾ ਬਣਾਉਂਦੇ ਨੇ। ਸਾਧ ਸੰਗਤ ਜੀ, ਇਹ ਸੀ ਉਸ ਮਹਾਨ ਸ਼ਖਸੀਅਤ ਦੇ ਜੀਵਨ ਬਾਰੇ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦੇ ਹੋਏ ਆਪਣਾ ਜੀਵਨ ਸੋਹਣਾ ਬਣਾਇਆ, ਐਡੀ ਵੱਡੀ ਪਦਵੀ ਪ੍ਰਾਪਤ ਕੀਤੀ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ।